ਬੱਚਿਆਂ ਦਾ ਸਕੂਲ ਛੁੱਟ ਗਿਆ। ਇਹ ਦੇਖੋ ਧੀਆਂ ਹੁਣ ਘਰ ਨੂੰ ਪੂਰੀ ਘਰ ਨੂੰ ਚਲਾ ਰਹੀਆਂ ਨੇ। ਸ਼ੋਹਰ ਬਿਮਾਰ ਹੋ ਕੇ ਲੇਟੇ ਹੈ। ਤੁਸੀਂ ਇਹ ਸ਼ੋਹਰ ਦੀ ਵੀ ਇਹਨਾਂ ਦੀ ਹਾਲਤ ਦੇਖ ਲਓ। ਇਹ ਇਹਨਾਂ ਦਾ ਸ਼ੋਹਰ ਹੈ। ਕੀ ਨਹੀਂ ਕਰਾ ਪਾ ਰਹੇ? ਇਲਾਜ ਵੀ ਨਹੀਂ ਕਰਾ ਪਾ ਰਹੇ ਹੁਣ ਤੇ ਪੈਸੇ ਵੀ ਕੋਲ ਕੋਈ ਨਹੀਂ। ਮਾਲਕ ਮਕਾਨ ਰੋਜ਼ ਆ ਕੇ ਮੈਨੂੰ ਧਮਕੀ ਦੇ ਜਾਂਦਾ, ਮੇਰਾ ਮਕਾਨ ਵਿਹਲਾ ਕਰ ਦੋ, ਮੇਰਾ ਮਕਾਨ ਵਿਹਲਾ ਕਰ ਦੋ, ਮੈਂ ਨਹੀਂ ਤੁਹਾਨੂੰ ਦੇਣਾ ਮਕਾਨ। ਅੱਛਾ, ਮਕਾਨ ਦੇ ਕਿਰਾਏ ਵੀ ਸਿਰ ਤੇ ਚੜ ਗਏ, ਕਰਜ਼ਾ ਵੀ ਚੜ ਗਿਆ, ਬਿਜਲੀ ਦੇ ਬਿੱਲ ਵੀ ਚੜ ਗਏ। ਜ਼ਾਹਰ ਹੈ ਤੁਹਾਡਾ ਮੀਆਂ ਬਿਮਾਰ ਹੋ ਗਿਆ। ਹਾਂਜੀ, ਉਹੀ ਤੇ ਕਮਾਉਣ ਵਾਲੇ ਸੀ ਉਹ। जी बिस्मिल्लाहिर्रहमानिर्रहीम। सारा बनों के साथ मैं हूँ खान अली। ये ਜਿਹੜੀ ਮੇਰੀ ਭੈਣ ਮੇਰੇ ਕੋਲ ਬੈਠੀ ਏ ਤੇ ਇਸ ਮੇਰੀ ਭੈਣ ਜਿਹੜੇ ਸ਼ੌਹਰ ਨੇ ਉਹਨਾਂ ਦਾ ਜਿਗਰ ਹੋ ਗਿਆ ਖਰਾਬ। ਤੇ ਇਸ ਮੇਰੀ ਭੈਣ ਨੇ ਕਿਸੇ ਕੋਲ ਕਰਜ਼ਾ ਕੁਛ ਚੁੱਕਿਆ, ਕੋਈ ਕਰਜ਼ਾ ਇਹਨਾਂ ਨੇ ਮੇਰੀ ਭੈਣ ਨੇ ਲਿਆ। ਕੋਈ ਮੈਨੂੰ ਇਸ ਮੇਰੀ ਭੈਣ ਨੇ ਦੱਸਿਆ ਕੋਈ 80 ਤੇ 90 ਹਜ਼ਾਰ ਰੁਪਏ ਕਰਜ਼ਾ ਹੈ। ਤੇ ਅਗਲੀ ਗੱਲ ਜਿਹੜੀ ਹੈ ਮੈਂ ਇਸ ਭੈਣ ਦੀ ਜ਼ੁਬਾਨੀ ਸੁਣਾਂਗਾ ਔਰ ਤੁਸੀਂ ਵੀ ਸੁਣਿਆ ਜੇ। ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਜੇ ਕਿ ਇਸ ਮੇਰੀ ਭੈਣ ਜੀ ਦੀ ਜਿਹੜੇ ਹਾਲਾਤ ਐਸੇ ਮਾੜੇ ਆ ਗਏ ਇਹਨਾਂ ਦੇ ਉੱਤੇ, ਕਿਵੇਂ ਆ ਗਏ, ਮੇਰੀ ਭੈਣ ਆਪਣੀ ਜ਼ੁਬਾਨੀ ਦੱਸੇਗੀ ਜੀ। अस्सलाम वालेकुम ਜੀ। ਵਾਲੇਕੁਮ ਸਲਾਮ। ਮੇਰੀ ਭੈਣ ਇਹ ਤੁਹਾਡੇ ਮੀਆਂ ਨੂੰ ਕੀ ਹੋਇਆ ਸੀ? ਮੇਰੇ ਮੀਆਂ ਨੂੰ ਅਚਾਨਕ ਹੀ ਬਿਮਾਰ ਹੋਏ ਨੇ। ਮੈਂ ਕਲੀਨਿਕ ਤੋਂ 2 ਦਫਾ ਦਵਾਈ ਲੈ ਕੇ ਆਈ ਹਾਂ ਤਾਂ ਉਹਨਾਂ ਨੇ ਕਿਹਾ ਟੈਸਟ ਕਰਵਾਓ। ਟੈਸਟ ਲਈ ਬਹੁਤ ਪੈਸੇ ਹੋਏ ਸੀ ਤੇ ਮੇਰੇ ਕੋਲ ਰੁਪਈਆ ਨਹੀਂ ਸੀ ਕੋਲ। ਤੇ ਮੈਂ ਕਿਸੇ ਭੈਣ ਭਰਾ ਕੋਲ ਥੋੜ੍ਹੇ ਬਹੁਤੇ ਫੜੇ ਨੇ, ਟੈਸਟ ਕਰਾਏ ਨੇ। ਫਿਰ ਉਹਨਾਂ ਨੇ ਕਿਹਾ ਦੂਸਰਾ ਟੈਸਟ ਕਰਾਓ, ਤੀਸਰਾ ਕਰਾਓ। ਇਸ ਤਰ੍ਹਾਂ ਕਰਾਉਂਦੇ ਕਰਾਉਂਦੇ ਕਿੰਨੇ ਪੈਸੇ ਲੱਗ ਗਏ। ਭੈਣ ਭਰਾ ਹੀ ਜਿਹੜੇ ਥੋੜ੍ਹੇ ਬਹੁਤੇ ਕੰਮ ਆਏ ਮੇਰੇ, ਉਹਨਾਂ ਕੋਲ ਨਾ ਮੈਂ ਕਰਜ਼ਾ ਚੁੱਕ ਕੇ ਬੈਠੀ, ਫਿਰ ਵੀ ਨਹੀਂ ਹਲੇ ਤੱਕ ਠੀਕ ਹੋ ਪਾਏ। ਸਿਰ ਤੇ ਕਰਜ਼ਾ ਮੇਰੇ ਚੜ੍ਹ ਗਿਆ। ਹੁਣ ਕੋਈ ਭੈਣ ਭਰਾ ਵੀ ਨਹੀਂ ਮਦਦ ਕਰ ਸਕਦਾ ਕਿਉਂਕਿ ਉਹ ਵੀ ਉਹੋ ਜਿਹੇ ਆਪਣੇ ਘਰਾਂ ਵਾਲੇ ਨੇ, ਨਾ ਕੋਈ ਗੈਰ ਦੇਂਦਾ ਹੀ ਉਧਾਰ। ਆਪਣੀ ਮਿਹਨਤ ਕਰੀ ਦੀ, ਘਰ ਦਾ ਗੁਜ਼ਰ ਬਸਰ ਕਰੀਦਾ ਬਸ। ਚੁੱਪ ਕਰਕੇ ਆਰੇ ਲੱਗੇ। 3 ਮਹੀਨੇ ਦੇ ਬਿੱਲ ਨੇ, 2 ਮਹੀਨੇ ਦਾ ਕਿਰਾਇਆ ਸੀ ਮੇਰਾ। ਮਾਲਕ ਮਕਾਨ ਰੋਜ਼ ਆ ਕੇ ਮੈਨੂੰ ਧਮਕੀ ਦੇ ਜਾਂਦਾ, ਮੇਰਾ ਮਕਾਨ ਵਿਹਲਾ ਕਰ ਦੋ, ਮੇਰਾ ਮਕਾਨ ਵਿਹਲਾ ਕਰ ਦੋ, ਮੈਂ ਨਹੀਂ ਤੁਹਾਨੂੰ ਦੇਣਾ ਮਕਾਨ। ਅੱਛਾ, ਮਕਾਨ ਦੇ ਕਿਰਾਏ ਵੀ ਸਿਰ ਤੇ ਚੜ ਗਏ, ਕਰਜ਼ਾ ਵੀ ਚੜ ਗਿਆ, ਬਿਜਲੀ ਦੇ ਬਿੱਲ ਵੀ ਚੜ ਗਏ। ਜ਼ਾਹਰ ਹੈ ਤੁਹਾਡਾ ਮੀਆਂ ਬਿਮਾਰ ਹੋ ਗਿਆ। ਹਾਂਜੀ, ਉਹੀ ਤੇ ਕਮਾਉਣ ਵਾਲੇ ਸੀ ਉਹ ਤੇ ਉਹਨਾਂ ਦੇ ਸਿਰ ਤੇ ਸਾਰਾ ਨਿਜ਼ਾਮ ਸੀ। ਹੁਣ ਇਹ ਬੱਚੇ ਤੁਹਾਡੇ ਕੰਮ ਕਰਦੇ ਨੇ, ਹਾਂਜੀ, ਦੁੱਖ ਹੁੰਦਾ ਹੈ ਵੇਖ ਕੇ ਬੱਚਿਆਂ ਨੂੰ। ਆ ਵੇਖੋ ਨਾ, ਹੁਣ ਆਹ ਕੰਮ ਕਰ ਰਹੇ ਤੇ ਘਰ ਖਾ ਪੀ ਰਹੇ। ਜਦੋਂ ਆਇਆ ਨਾ ਹੁਣ ਕਰਨਗੇ ਤੇ ਸਿਰ ਤੇ ਭੁੱਖੇ ਮਰ ਜਾ। ਹੁਣ ਆ ਪੜ੍ਹਾਈ ਛੱਡ ਕੇ ਸਾਰਾ ਦਿਨ ਲੱਗੇ ਹੁੰਦੇ ਨੇ ਘਰ ਤੇ ਫਿਰ ਜਾ ਕੇ ਇੱਕ ਚੂੜੀ ਦਾ 1 ਰੁਪਈਆ। ਇੱਕ ਚੂੜੀ ਦਾ 1 ਰੁਪਈਆ 1 ਰੁਪਈਆ। ਤੇ ਸਾਰਾ ਦਿਨ ਬੈਗ। ਇਹ ਤੁਹਾਡੀਆਂ ਬੇਟੀਆਂ ਨੇ? ਹਾਂਜੀ, 2 ਮੇਰੀਆਂ ਬੇਟੀਆਂ, 1 ਮੇਰਾ ਬੇਟਾ। ਰਲ ਮਿਲ ਕੇ ਕੰਮ ਤੁਸੀਂ ਕਰ ਰਹੇ ਹੋ ਘਰ ਦੇ ਖਾਣ ਪੀਣ ਵਾਸਤੇ। ਖਾਣ ਪੀਣ। ਹੁਣ ਤੁਹਾਡਾ ਮੇਨ ਜਿਹੜਾ ਮਕਸਦ ਹੈ ਉਹ ਤੁਹਾਡਾ ਕਰਜ਼ਾ ਹੈ। ਹਾਂਜੀ ਜਿਹੜਾ ਤੁਸੀਂ 80 ਤੋਂ 90 ਹਜ਼ਾਰ ਰੁਪਏ ਦੱਸਿਆ, ਹਾਂਜੀ ਉਹ ਤੁਹਾਡਾ ਕਰਜ਼ਾ ਹੈ ਜਿਹੜਾ ਤੁਸੀਂ ਆਪਣੀ ਬਿਮਾਰੀ ਦੇ ਮੀਆਂ ਦੀ ਬਿਮਾਰੀ ਐਸੇ ਲਿਆ। ਹਾਂਜੀ। ਤੇ ਉਹ ਅਚਾਨਕ ਹੀ ਮੇਰੇ ਮੀਆਂ ਦੀ ਫਿਰ ਤਬੀਅਤ ਖਰਾਬ ਹੋਈ। ਮੈਂ ਇਹਨੂੰ ਕਿਹਾ ਕੋਈ ਹੈ ਸਰ ਤੇਰਾ ਦੋਸਤ ਯਾਰ ਜਿਹੜਾ ਮੈਂ ਘਰ ਜਾ ਸਕਾਂ। ਇਹਨੇ ਫਿਰ ਇਹਨਾਂ ਦਾ ਦੱਸਿਆ ਭਾਈ ਦਾ ਜਿਹੜੇ ਤੁਹਾਨੂੰ ਲੈ ਕੇ ਆ। ਮੇਰੇ ਤਰਲੇ ਕੀਤੇ ਵਾਸਤੇ ਕਿ ਇਹਨਾਂ ਨੇ ਫਿਰ ਤੁਹਾਡੇ ਵੱਲ ਦੱਸਿਆ ਕਿ ਉਹ ਆਉਣਗੇ, ਤੁਹਾਡਾ ਵਿਜ਼ਿਟ ਕਰਨਗੇ ਜੀ। ਮੈਂ ਸ਼ੁਕਰ ਅਦਾ ਕਿ ਅੱਲਾ ਨੇ ਮੇਰੀ ਸੁਣ ਲਈ। ਸਾਰੇ ਅੱਲਾ ਨੇ ਮੇਰੀ ਇਸ ਤਰ੍ਹਾਂ ਹੀ ਸੁਣਨੀ ਤੇ ਮੇਰੇ ਕੰਮ ਸਿੱਧੇ ਹੋਣੇ। ਬੱਚਿਆਂ ਦਾ ਸਕੂਲ ਛੁੱਟ ਗਿਆ। ਇਹ ਦੇਖੋ ਧੀਆਂ ਹੁਣ ਘਰ ਨੂੰ ਪੂਰੀ ਘਰ ਨੂੰ ਚਲਾ ਰਹੀਆਂ ਨੇ। ਸ਼ੋਹਰ ਬਿਮਾਰ ਹੋ ਕੇ ਲੇਟੇ ਹੈ। ਤੁਸੀਂ ਇਹ ਸ਼ੋਹਰ ਦੀ ਵੀ ਇਹਨਾਂ ਦੀ ਹਾਲਤ ਦੇਖ ਲਓ। ਇਹ ਇਹਨਾਂ ਦਾ ਸ਼ੋਹਰ ਹੈ। ਕੀ ਨਹੀਂ ਕਰਾ ਪਾ ਰਹੇ? ਇਲਾਜ ਵੀ ਨਹੀਂ ਕਰਾ ਪਾ ਰਹੇ ਹੁਣ ਤੇ ਪੈਸੇ ਵੀ ਕੋਲ ਕੋਈ ਨਹੀਂ। ਚਲੋ ਜੀ, ਦੁਆ ਅਸੀਂ ਕਰਾਂਗੇ ਇਹਨਾਂ ਅਸੀਂ ਕਿ ਅੱਲਾ ਇਹਨਾਂ ਨੂੰ ਤੰਦਰੁਸਤੀ ਦੇਵੇ। ਸਾਡੀ ਤੇ ਦੁਆ ਹੀ ਹੈ। ਠੀਕ ਹੈ। ਅੱਗੋਂ ਮਜ਼ੀਦ ਹੁਣ ਤੁਹਾਡਾ ਅਸੀਂ ਕਰਜ਼ਾ ਪਹਿਲਾਂ ਜਿਹੜਾ 80 ਤੋਂ 90 ਹਜ਼ਾਰ ਹੈ, ਹਾਂਜੀ
ਚਲੇ ਜੀ, ਅਸੀਂ ਕੋ 1000 ਰੁਪਈਆ ਅਗਰ ਜਿਹੜਾ ਤੁਹਾਡਾ ਕਰਜ਼ਾ ਹੈ ਅਸੀਂ ਉਹ ਅਦਾ ਕਰ ਦਈਏ, ਕੁਛ ਤੁਹਾਡੀ ਜਾਨ ਛੁੱਟ ਜਾਏਗੀ। ਮੈਂ ਕਹਿੰਦੀ ਬਹੁਤ ਮਿਹਰਬਾਨੀ, ਅੱਲਾ ਤੁਹਾਨੂੰ ਖੁਸ਼ ਰੱਖੇ, ਅੱਲਾ ਤੁਹਾਨੂੰ ਜ਼ਿਆਦਾ ਦੇ। ਬਹੁਤ ਵੱਡਾ ਸਹਾਨ ਕਰੋਗੇ ਤੁਸੀਂ ਮੇਰੇ ਤੇ। ਮੈਂ ਉਹੀ ਸੋਚਦਾ ਪਿਆ ਕਿ ਇਹ ਧੀਆਂ ਦੀ ਇਹ ਉਮਰ ਹੈ ਖੇਡਣ ਦੀ, ਉਹ ਬੱਚੇ ਦੀ ਉਮਰ ਹੈ ਖੇਡਣ ਦੀ। ਹਾਂਜੀ ਤੇ ਕੰਮ ਤੇ ਵੇਖੋ ਪੈ ਗਈਆਂ ਘਰ ਵਿੱਚ, ਸਾਰਾ ਦਿਨ ਹੱਥ ਨੂੰ ਚਲਾਣਾ, ਸਾਰਾ ਦਿਨ ਕੰਮ ਕਰਨਾ। ਜ਼ਾਹਰ ਹੈ ਧੀਆਂ ਦੇ ਫਿਰ ਦਿਮਾਗ ਵਿੱਚ ਦਿਲ ਸੋਚ ਤੇ ਬੜੀ ਜਿਹੀ ਆਉਂਦੀ, ਠੀਕ ਹੈ। ਤੇ ਇਹ ਫੈਮਿਲੀ ਹੈ, ਅਗਰ ਤੁਸੀਂ ਸੋਚ ਸਕਦੇ ਹੋ ਕਿ ਇਸ ਫੈਮਿਲੀ ਦੀ ਮਦਦ ਕਰਨੀ ਹੈ ਅੱਲਾ ਦੀ ਰਜ਼ਾ ਸੇ, ਇਸ ਭੈਣ ਜੀ ਦੇ ਸਿਰ ਤੇ ਕਰਜ਼ਾ ਹੈ, ਕੋਈ 80,000 ਰੁਪਇਆ ਅਗਰ ਅਦਾ ਕਰ ਸਕਦਾ ਹੈ, ਕਿਉਂਕਿ ਉਹਨਾਂ ਨੇ ਆਪਣੇ ਸ਼ੋਹਰ ਦੀ ਬਿਮਾਰੀ ਆਸੇ ਲਿਆ ਤੇ ਸਿਰ ਤੇ ਚੜ ਗਿਆ, ਕਿਉਂਕਿ ਬਿਮਾਰ ਹੋ ਗਏ ਇਹਨਾਂ ਦੇ ਸ਼ੋਹਰ। ਤੇ ਪਹਿਲਾਂ ਬੜਾ ਅੱਛਾ ਇਹਨਾਂ ਦਾ ਸੈਟਅਪ ਸੀ, ਅੱਜ ਧੀਆਂ ਕੰਮ ਕਰਨ ਲੱਗ ਪਈਆਂ। ਨੇਕੀ ਇਹ ਸੋਚ ਕੇ ਕਰਨੀ ਹੈ ਕਿ ਇਹਨਾਂ ਧੀਆਂ ਸੇ, ਇਹ ਜਿਹੜੀਆਂ ਧੀਆਂ ਬੈਠੀਆਂ ਨੇ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਏ, ਅੱਲਾ ਸੋਨੇ ਦੀ ਰਜ਼ਾ ਸੇ। ਪਾਕਿਸਤਾਨ ਜ਼ਿੰਦਾਬਾਦ।